ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ ਬਰਨ ਸਕੈ ਮਹਿਮਾ ਜੋ ਤੁਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਨਾਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਾਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਪ੍ਰਾਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ ਕਬੀਰ ਬਿਕਾਰੈ ਚਿਤਵਤੇ ਝੂਠੇ ਕਰਤੇ ਆਸ ਮਨੋਰਥ ਕੋਇ ਨਾ ਪੂਰਿਓ ਚਾਲੇ ਊਠ ਨਿਰਾਸ ਕਬੀਰ ਬਿਕਾਰ ਹੈ ਚਿਤਵਤੇ ਝੂਠੇ ਕਰਤੇ ਆਸ ਮਨੋਰਥ ਕੋਇ ਨਾ ਪੂਰਿਓ ਚਾਲੇ ਊਠ ਨਿਰਾਸ ਕਬੀਰ ਹਰਿ ਕਾ ਸਿਮਰਨ ਜੋ ਕਰੈ ਸੋ ਸੁਖੀਆ ਸੰਸਾਰ ਇਤ ਉਤ ਕਤੈ ਨਾ ਡੋਲਈ ਜਿਸ ਰਾਖੈ ਸਿਰਜਨਹਾਰ ਕਬੀਰ ਕਹਾਣੀ ਪੀੜ ਤੇ ਸਤਿਗੁਰ ਲਿਏ ਛਡਾਏ ਪਰਾ ਪੂਰਬਲੀ ਭਾਵਨੀ ਪ੍ਰਗਟ ਹੋਈ ਆਏ ਕਬੀਰ ਕਹਾਣੀ ਪੀੜ ਤੇ ਸਤਿਗੁਰ ਲਿਏ ਛਡਾਏ ਪਰਾ ਪੂਰਬਲੇ ਭਾਵਨੀ ਪ੍ਰਗਟ ਹੋਈ ਆਏ। ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਅਤੇ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਨ ਭਾਗੀ ਹੋ ਚਵਰਾਂ ਛਤਰਾਂ ਤਖਤਾਂ ਦੇ ਮਾਲਕ, ਗੱਦੀ ਤੇ ਸੁਭਾਏ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠ ਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੀ ਅੰਮ੍ਰਿਤ ਬਾਣੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕਰ ਰਹੇ ਸਾਂ। ਆਓ ਕੁਝ ਕੁ ਸਮਾਂ ਹੈ ਜੋ ਨਿਤਾ ਪ੍ਰਤੀ ਲੜੀਵਾਰ ਗੁਰ ਸ਼ਬਦ ਵਿਚਾਰ ਸਰਵਣ ਕਰਦੇ ਹਾਂ। ਚੱਲ ਰਹੇ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਸ਼ਲੋਕਾਂ ਦੀ ਵਿਚਾਰ ਆਪਾਂ ਕਰਨੀ ਹੈ। ਇਹਨਾਂ 3 ਸ਼ਲੋਕਾਂ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਸਮਝਾਉਣਾ ਕਰਦੇ ਹਨ, ਜਿਹੜੇ ਵਿਕਾਰਾਂ ਦੇ ਵਿੱਚ ਪਏ ਨੇ ਤੇ ਝੂਠੀਆਂ ਆਸਾਂ ਦੇ ਵਿੱਚ ਲੱਗੇ ਹੋਏ ਹਨ। ਸਾਹਿਬ ਜੀ ਕਹਿੰਦੇ ਉਹਨਾਂ ਦਾ ਕੋਈ ਮਨੋਰਥ ਪੂਰਾ ਨਹੀਂ ਹੋਣਾ। ਉਹ ਨਿਰਾਸ਼ ਹੋ ਕੇ ਇਸ ਸੰਸਾਰ ਤੋਂ ਚਲੇ ਜਾਂਦੇ ਨੇ, ਜਿਹੜੇ ਝੂਠੀਆਂ ਆਸਾਂ ਦੇ ਵਿੱਚ ਲੱਗ ਜਾਣ, ਜਿਹੜੇ ਵਿਕਾਰਾਂ ਦੇ ਵਿੱਚ ਪੈ ਜਾਣ। ਤੇ ਜਿਹੜਾ ਹਰੀ ਦਾ ਸਿਮਰਨ ਕਰਦਾ, ਕਹਿੰਦੇ ਉਹ ਸੰਸਾਰ ਦੇ ਵਿੱਚ ਵੀ ਸੁੱਖ ਹੈ। ਉਹ ਇੱਥੇ ਵੀ ਕਿਤੇ ਵੀ ਥਾਂ ਥਾਂ ਤੇ ਫਿਰ ਡੋਲਦਾ ਨਹੀਂ, ਜਿਵੇਂ ਸਾਡਾ ਮਨ ਕਿਤੇ ਡੋਲ ਗਿਆ। ਤੇ ਸਾਹਿਬ ਜੀ ਕਹਿੰਦੇ ਜਿਹੜਾ ਹਰੀ ਦਾ ਸਿਮਰਨ ਕਰਦਾ, ਜਿਹਨੂੰ ਸਿਰਜਣਹਾਰ ਰੱਖਦਾ, ਉਹ ਫਿਰ ਕਦੇ ਡੋਲ ਨਹੀਂ ਸਕਦਾ। ਤੇ ਮਹਾਰਾਜ ਕਹਿੰਦੇ, ਭਗਤ ਜੀ ਕਹਿੰਦੇ, ਅਸੀਂ ਕਹਾਣੀ ਪੀੜਦੇ ਸੀ ਪਰ ਸਤਿਗੁਰਾਂ ਨੇ ਸਾਨੂੰ ਛੁਡਾ ਲਿਆ, ਬਚਾ ਲਿਆ। ਬੜੀ ਮੁਸੀਬਤ ਦੇ ਵਿੱਚ ਪਏ ਸੀ, ਵਿਕਾਰਾਂ ਦੇ ਵਿੱਚ ਪਏ ਸੀ। ਪੂਰੇ ਗੁਰੂ ਨੇ ਸਾਡੀ ਰੱਖਿਆ ਕੀਤੀ। ਕੋਈ ਪੂਰਬਲਾ ਕਰਮ ਜਾਗਿਆ, ਪੂਰਬਲਾ ਭਾਗ ਜਾਗਿਆ, ਜਿਹੜਾ ਸਾਹਮਣੇ ਆ ਕੇ ਸਾਨੂੰ ਪੂਰਾ ਸਤਿਗੁਰੂ ਮਿਲਿਆ, ਪੂਰੇ ਸਤਿਗੁਰ ਦੀ ਪ੍ਰਾਪਤੀ ਹੋਈ। ਆਓ ਇਹਨਾਂ ਪਾਵਨ ਸ਼ਲੋਕਾਂ ਦੀ ਵਿਚਾਰ ਗੁਰੂ ਸਾਹਿਬ ਜੀ ਆਪ ਕਿਰਪਾ ਕਰਕੇ ਕਰਾ ਲੈਣ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਸਾਰੇ ਰਸਨਾ ਪਵਿੱਤਰ ਕਰੋ, ਅਸੀਸ ਬਖਸ਼ਿਸ਼ ਕਰੋ, ਪ੍ਰੇਮ ਦੇ ਨਾਲ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਵਾਰ ਫਿਰ ਕਿਰਪਾ ਕਰੋ ਤੇ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਭਗਤ ਜੀ ਕਹਿੰਦੇ, ਜਿਹੜੇ ਇਸ ਸੰਸਾਰ ਤੇ ਆਏ ਵੀ, ਜਿਨ੍ਹਾਂ ਨੇ ਮਨੁੱਖਾ ਜਨਮ ਧਾਰਿਆ ਵੀ, ਪਰ ਜਿਹੜੇ ਵਿਕਾਰਾਂ ਦੇ ਵਿੱਚ ਲੱਗ ਗਏ, ਝੂਠੀਆਂ ਆਸਾਂ ਦੇ ਵਿੱਚ ਲੱਗ ਗਏ, ਉਹਨਾਂ ਦਾ ਕੋਈ ਮਨੋਰਥ ਪੂਰਾ ਨਹੀਂ ਹੋਇਆ। ਜਿਸ ਕੰਮ ਨੂੰ, ਜਿਸ ਮਨੋਰਥ ਨੂੰ ਇਸ ਸੰਸਾਰ ਦੇ ਵਿੱਚ ਆਇਆ ਸੀ, ਜਿਹਨੂੰ ਸਾਹਿਬ ਜੀ ਕਹਿੰਦੇ, ਪ੍ਰਾਨੀ ਤੂੰ ਆਇਓ ਲਾਹਾ ਲੈਣ, ਲੱਗਾ ਕਿਤਕ ਫਕੜੇ ਸਭ ਮੁਕਦੀ ਚੱਲੀ ਰਹਿਣ। ਜਿਸ ਮਨੋਰਥ ਦੇ ਲਈ ਆਇਆ ਸੀ, ਤੇ ਇਸ ਸੰਸਾਰ ਦੇ ਵਿੱਚ ਇਸ ਤਰ੍ਹਾਂ
ਭਟਕਦਾ ਫਿਰਦਾ ਹੈ। ਜਿਵੇਂ ਕਹਿੰਦੇ ਕੋਈ ਖੂਹ ਦੇ ਵਿੱਚ ਡੱਡੂ ਨੂੰ ਕੋਈ ਪਤਾ ਨਹੀਂ ਹੁੰਦਾ ਵੀ ਇਹ ਤੋਂ ਬਾਹਰ ਵੀ ਕੋਈ ਦੁਨੀਆ ਹੈ। ਇਸ ਤਰ੍ਹਾਂ ਦੀ ਹਾਲਤ ਬਣੀ ਹੋਈ ਹੈ। ਸਾਹਿਬ ਜੀ ਕਹਿੰਦੇ, ਭਗਤ ਰਵਿਦਾਸ ਜੀ, ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ ਵਿਦੇਸ ਨਾ ਬੂਝ। ਐਸੇ ਮੇਰਾ ਮਨ ਵਿਖਿਆ ਬਿਮੋਹਿਆ, ਕਛ ਆਰਾ ਪਾਰ ਨਾ ਸੂਝ। ਇਹਨਾਂ ਵਿਕਾਰਾਂ ਦੇ ਵਿੱਚ, ਵਿਖਿਆਂ ਦੇ ਵਿੱਚ ਫਸ ਕੇ ਬੰਦੇ ਨੇ ਹੀ ਸਮਝ ਲਿਆ, ਇਹਨਾਂ ਮਾਇਆ ਦੇ ਵਿਖਿਆਂ ਦੇ ਵਿੱਚ ਫਸ ਕੇ। ਐਸੇ ਮੇਰਾ ਮਨ ਵਿਖਿਆ ਬਿਮੋਹਿਆ, ਕਛ ਆਰਾ ਪਾਰ ਨਾ ਸੂਝ। ਸਗਲ ਭਵਨ ਕੇ ਨਾਇਕਾ, ਇੱਕ ਛਿਨ ਦਰਸ ਦਿਖਾਏ ਜੀ। ਹੇ ਸਾਰੇ ਭਵਨਾਂ ਦੇ ਨਾਇਕਾ, ਹੇ ਮੇਰੇ ਮਾਲਕ ਜੀ, ਇੱਕ ਛਿਨ ਦਰਸ ਦਿਖਾ ਦਿਓ। ਕਿਉਂਕਿ ਜੇ ਇੱਕ ਛਿਨ ਵੀ ਦਰਸ ਹੋ ਜਾਣ ਤੇ ਕਰੋੜਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ। ਕਰੋੜਾਂ ਪਾਪਾਂ ਦਾ ਨਾਸ ਹੋਵੇਗਾ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਵਿਕਾਰ ਚਿਤਵਤੇ, ਝੂਠੇ ਕਰਤੇ ਆਸ। ਕੀ ਹਾਲਤ ਹੈ? ਵਿਕਾਰਾਂ ਨੂੰ ਚਿਤਵਤੇ, ਹਰ ਵਕਤ ਵਿਕਾਰਾਂ ਨੂੰ ਹੀ ਯਾਦ ਕਰਦੇ ਰਹਿਣਾ, ਉਹਨਾਂ ਕੰਮਾਂ ਦੇ ਵਿੱਚ ਹੀ ਯਾਦ ਕਰਦੇ ਰਹਿਣਾ, ਉਸ ਕੰਮ ਦੇ ਵਿੱਚ ਹੀ ਲੱਗ ਜਾਣਾ ਵੀ ਇਸ ਤੋਂ ਬਿਨਾਂ ਕੋਈ ਹੋਰ ਹੈ ਹੀ ਨਹੀਂ। ਕਬੀਰ ਵਿਕਾਰ ਚਿਤਵਤੇ, ਝੂਠੇ ਕਰਤੇ ਆਸ। ਮਨੋਰਥ ਕੋਏ ਨਾ ਪੂਰਿਓ, ਚਾਲੇ ਊਠ ਨਿਰਾਸ। ਜਿਹੜੇ ਮਨੋਰਥ ਦੇ ਲਈ ਆਇਆ ਸੀ, ਉਹ ਮਨੋਰਥ ਪੂਰਾ ਨਹੀਂ ਹੋਇਆ। ਉਹ ਮਨੋਰਥ ਕਿਹੜਾ ਸੀ? ਭਈ ਪ੍ਰਾਪਤ ਮਾਨੁਖ ਦੇ ਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕਿਹੜੇ ਮਨੋਰਥ ਦੇ ਲਈ ਆਇਆ ਸੀ ਇਸ ਸੰਸਾਰ ਤੇ? ਵਿਕਾਰਾਂ ਨੂੰ ਚਿਤਵਣ ਦੇ ਲਈ। ਪਰ ਸਾਹਿਬ ਜੀ ਕਹਿੰਦੇ, ਸੰਸਾਰ ਦੇ ਆਉਣ ਦੇ ਨਾਲ ਹੀ ਕੀ ਹੋਇਆ? ਸੰਸਾਰ ਤੇ ਜਦੋਂ ਆਇਆ, ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇੜ, ਪੰਜਵੇਂ ਖਾਣ ਪੀਣ ਕੀ ਧਾਤ, ਛਿਵੇਂ ਕਾਮ ਨਾ ਪੁੱਛੈ ਜਾਤ, ਸਤਵੇਂ ਸੰਜ ਕੀਆ ਕਰਵਾਸ, ਅਠਵੇਂ ਕ੍ਰੋਧ ਹੋਆ ਤਨ ਨਾਸ, ਨੌਵੇਂ ਧੋਲੇ ਉੱਬੇ ਸਾਹ, ਦਸਵੇਂ ਦੱਦਾ ਹੋਆ ਸਵਾਰ। ਬਸ ਇਸ ਤਰ੍ਹਾਂ ਹੀ ਸਾਰੀ ਜ਼ਿੰਦਗੀ ਬਤੀਤ ਕਰ ਦਿੱਤੀ। ਜਿਸ ਕੰਮ ਦੇ ਲਈ, ਜਿਸ ਮਨੋਰਥ ਦੇ ਲਈ ਆਇਆ, ਤੇ ਮਹਾਰਾਜ ਕਹਿੰਦੇ ਇੱਥੇ ਤਾਂ ਵੱਡੇ ਵੱਡੇ ਰਾਜੇ ਆਏ, ਉਹਨਾਂ ਦੀ ਤ੍ਰਿਸ਼ਨਾ ਨਹੀਂ ਬੁੱਝੀ, ਜਿਹੜੇ ਹਰ ਵਕਤ ਮਾਇਆ ਦੇ ਵਿੱਚ ਲਪਟੇ ਰਹੇ। ਕੀ ਬਚਨ ਕੀਤਾ ਸਤਿਗੁਰੂ ਜੀ? ਕਹਿੰਦੇ, ਵੱਡੇ ਵੱਡੇ ਰਾਜਨ ਅਰ ਭੂਮਨ, ਤਾਕੀ ਤ੍ਰਿਸ਼ਨ ਨਾ ਬੂਝੀ, ਲਪਟ ਰਹੇ ਮਾਇਆ ਸੰਗ ਮਾਤੇ, ਲੋਚਨ ਕਛੂ ਨਾ ਸੂਝੀ। ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ, ਜਿਉ ਪਾਵਕ ਈਦਨ ਨਹੀਂ ਧਰਾਪੈ, ਬਿਨ ਹਰ ਕਹਾਂ ਅਗਾਈ। ਕਹਿੰਦੇ ਵਿਖਿਆਂ ਦੇ ਵਿੱਚ, ਵਿਕਾਰਾਂ ਦੇ ਵਿੱਚ ਕਿਸੇ ਨੂੰ ਤ੍ਰਿਪਤੀ ਨਹੀਂ ਆਈ, ਕਿਸੇ ਨੂੰ ਤ੍ਰਿਪਤੀ ਨਹੀਂ ਆਈ। ਜਿਵੇਂ ਅੱਗ, ਲੱਕੜ ਨੂੰ ਅੱਗ ਵਲਦੀ ਹੈ, ਹੋਰ ਸਿੱਟੀ ਚੱਲੋ ਅੱਗ ਦੇ ਵਿੱਚ ਲੱਕੜ, ਅੱਗ ਨੂੰ ਤ੍ਰਿਪਤੀ ਨਹੀਂ ਆਈ।
ਜੋ ਪਾਵਕ ਈਦਨ ਨਹੀਂ ਧਰਾਪੈ, ਬਿਨ ਹਰ ਕਹਾਂ ਅਗਾਈ। ਇਸ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਹੜੇ ਵਿਕਾਰਾਂ ਦੇ ਵਿੱਚ ਲੱਗੇ, ਵਿਖਿਆਂ ਦੇ ਵਿੱਚ ਲੱਗੇ, ਮਾਇਆ ਦੇ ਵਿੱਚ ਲੱਗੇ, ਉਹਨਾਂ ਦਾ ਜੀਵਨ ਸਾਰਾ ਇਸ ਤਰ੍ਹਾਂ ਬਰਬਾਦ ਹੋ ਗਿਆ। ਮਾਈ ਮਾਇਆ ਛਲ, ਛਲ ਕਿਹਾ ਹੈ ਸਤਿਗੁਰਾਂ ਨੇ। ਤ੍ਰਿਣ ਕੀ ਅਗਨ ਮੇਘ ਕੀ ਛਾਇਆ। ਤ੍ਰਿਣ ਕਹੀਏ ਜਿਵੇਂ ਘਾਹ ਹੁੰਦਾ, ਸੁੱਕਾ ਘਾਹ, ਉਹਨੂੰ ਅੱਗ ਲੱਗਦੀ ਹੈ, ਬਹੁਤਾ ਚਿਰ ਨਹੀਂ ਲੱਗਦਾ, ਕਹਿੰਦੇ ਜਦੀ ਭਸਮ ਕਰ ਦਿੰਦੀ ਹੈ। ਹਜੇ ਬਾਲਣਾ ਨੂੰ, ਲੱਕੜਾਂ ਨੂੰ ਅਜੇ ਟਾਈਮ ਲੱਗ ਜਾਂਦਾ, ਪਰ ਜਿਹੜਾ ਤ੍ਰਿਣ ਹੁੰਦਾ, ਘਾਹ ਹੁੰਦਾ ਹੈ, ਉਹਦੀ ਅੱਗ ਬਹੁਤ ਛੇਤੀ ਚੜ੍ਹਦੀ ਹੈ ਤੇ ਖਤਮ ਹੁੰਦੀ ਹੈ। ਤ੍ਰਿਣ ਕੀ ਅਗਨ ਮੇਘ ਕੀ ਛਾਇਆ। ਮੇਘ ਕਹੀਏ ਬੱਦਲ, ਬੱਦਲਾਂ ਵਾਂਗੂ ਛਾਂ ਹੈ। ਹੁਣ ਬੱਦਲਾਂ ਦੀ ਛਾਂ ਤੁਹਾਨੂੰ ਪਤਾ ਹੀ ਹੈ ਕਿੰਨਾ ਟਾਈਮ ਰਹਿੰਦੀ ਹੈ। ਗੋਬਿੰਦ ਭਜਨ ਬਿਨ ਹੜ ਕਾ ਜਲ, ਕਹਿੰਦੇ ਹੜ ਦਾ ਪਾਣੀ ਕਿੰਨਾ ਕੁ ਚਿਰ ਠਹਿਰਦਾ ਹੈ। ਸਤਿਗੁਰੂ ਜੀ ਕਹਿੰਦੇ ਇਸ ਤਰ੍ਹਾਂ ਜਿਹੜਾ ਤੇਰਾ ਇਹ ਵਿਖਿਆਂ ਦੇ ਵਿੱਚ ਰਚਿਆ ਹੋਇਆ ਜੀਵਨ ਹੈ, ਜਿਹੜਾ ਮਾਇਆ ਦਾ ਤੈਨੂੰ ਹੰਕਾਰ ਹੈ, ਉਹ ਮਾਇਆ ਵੀ ਬਹੁਤਾ ਚਿਰ ਟਿਕਣ ਵਾਲੀ ਨਹੀਂ। ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ, ਕਹਿੰਦੇ ਕੋਈ ਤ੍ਰਿਪਤਿਆ ਨਹੀਂ, ਕੋਈ ਰੱਜਿਆ ਨਹੀਂ। ਤੇ ਸਤਿਗੁਰੂ ਜੀ ਕਹਿੰਦੇ ਮਾਈ ਮਾਇਆ ਛਲ, ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜ ਕਾ ਜਲ। ਹੜ ਦੇ ਪਾਣੀ ਵਾਂਗ ਹੈ। ਤੇ ਜਦੋਂ ਬੰਦਾ ਵਿਖਿਆਂ ਦੇ ਵਿੱਚ ਰਚ ਜਾਵੇ, ਵਿਕਾਰਾਂ ਦੇ ਵਿੱਚ ਲੱਗ ਜਾਵੇ, ਕਹਿੰਦੇ ਉਹਦਾ ਹਾਲ ਪਤਾ ਕੀ ਹੈ। ਬੰਦਾ ਵਿਕਾਰਾਂ ਦੇ ਵਿੱਚ ਕਿਵੇਂ ਫਸਦਾ ਹੈ। ਹਾਥੀ ਹੈ, ਹਾਥੀ ਜਦੋਂ ਕਾਮ ਦੇ ਵਸ ਵਿੱਚ ਆਉਂਦਾ ਹੈ, ਕਹਿੰਦੇ ਹਾਥਣੀ ਬਣਾਉਂਦੇ ਨੇ, ਕਾਗਜ਼ਾਂ ਦੀ ਟੋਆ ਪੁੱਟਦੇ ਨੇ, ਕਾਨਿਆਂ ਦਾ ਬਣਾ ਕੇ ਛੱਤ ਜੀ ਤਹਿ ਜੀ। ਉਹ ਜਦੋਂ ਹਾਥਣੀ ਬਣਾਉਂਦੇ ਨੇ, ਕਹਿੰਦੇ ਕਾਮ ਦੇ ਵਿੱਚ ਅੰਨਾ ਹੋਇਆ ਹਾਥੀ ਭੱਜਿਆ ਆਉਂਦਾ ਤੇ ਉਸ ਟੋਏ ਦੇ ਵਿੱਚ ਡਿੱਗ ਜਾਂਦਾ ਹੈ। ਕਈ ਦਿਨ ਉਹਨੂੰ ਭੁੱਖਾ ਰੱਖਦੇ ਨੇ, ਭੁੱਖਾ ਰੱਖ ਕੇ ਚੀਕ ਮਾਰਦਾ, ਆਵਾਜ਼ ਕੱਢਦਾ, ਤੇ ਫਿਰ ਉਹਨੂੰ ਸਮਝ ਲੈਂਦੇ ਨੇ ਵੀ ਇਹ ਹੁਣ ਗੁਲਾਮ ਹੋ ਗਿਆ। ਹਾਂ, ਸਾਰੀ ਜ਼ਿੰਦਗੀ ਫਿਰ ਅੰਕਸ ਸਹਿਣਾ ਪੈਂਦਾ ਹੈ ਸਿਰ ਤੇ। ਤੇ ਭਗਤ ਕਬੀਰ ਸਾਹਿਬ ਜੀ ਦਾ ਪਾਵਨ ਵਚਨ ਹੈ, ਕਹਿੰਦੇ ਬਾਂਦਰ ਨੂੰ ਪਕੜਦੇ ਨੇ। ਬਾਂਦਰ ਇੱਕ ਕੁੱਜੇ ਦੇ ਵਿੱਚ, ਜਿਹਦਾ ਮੂੰਹ ਉੱਪਰੋਂ ਛੋਟਾ ਹੁੰਦਾ ਹੈ, ਉਹਦੇ ਵਿੱਚ ਦਾਣੇ ਪਾਉਂਦੇ ਨੇ। ਤੇ ਜਦੋਂ ਲਾਲਚੀ ਬਾਂਦਰ ਉਸ ਦਾਣਿਆਂ ਦੀ ਮੁੱਠੀ ਭਰਦਾ ਹੈ, ਤੇ ਮੁੱਠੀ ਭਰਦਾ ਪਰ ਦਾਣਿਆਂ ਨੂੰ ਨਹੀਂ ਛੱਡਦਾ, ਤੇ ਜਿਹੜਾ ਹੱਥ ਹੈ ਉਹ ਅੰਦਰ ਹੀ ਰਹਿ ਜਾਂਦਾ ਹੈ, ਭਾਵ ਬਾਹਰ ਨਹੀਂ ਨਿਕਲਦਾ। ਹੁਣ ਨਾ ਦਾਣੇ ਛੱਡਦਾ ਹੈ, ਨਾ ਆਪਣਾ ਹੱਥ ਬਾਹਰ ਕੱਢਦਾ ਹੈ। ਲਾਲਚ ਆ ਗਿਆ। ਲਾਲਚ ਦੇ ਵਸ ਹੋ ਕੇ ਉਸ ਬਾਂਦਰ ਨੂੰ ਵੀ ਘਰ ਘਰ ਅੱਗੇ ਨੱਚਣਾ ਪੈ ਰਿਹਾ ਹੈ। ਤੋਤੇ ਨੂੰ ਵੀ ਇਸ ਤਰ੍ਹਾਂ ਪਕੜਦੇ ਹਨ, ਡਰਮ ਦੀ ਆਕਾਰ ਦਾ ਕਹਿੰਦੇ ਬਣਾਉਂਦੇ ਨੇ, ਚੋਗਾ ਪਾਉਂਦੇ ਨੇ, ਥੱਲੇ ਪਾਣੀ ਦੀ ਬਾਟੀ ਰੱਖਦੇ ਨੇ ਕੁੱਜੇ ਫਿਰ ਕੇ, ਤੇ ਉਸ ਡੰਡੀਆਂ ਤੇ ਜਦੋਂ ਤੋਤਾ ਬੈਠਦਾ ਤੇ ਉਹ ਉਲਟ ਜਾਂਦੀਆਂ ਨੇ। ਉਸ ਨੂੰ ਪਕੜ ਕੇ ਰੱਖ ਲੈਂਦਾ ਵੀ ਮੈਂ ਕਿਤੇ ਪਾਣੀ ਦੇ ਵਿੱਚ ਨਾ ਡਿੱਗ ਕੇ ਮਰ ਜਾ। ਇਸ ਤਰੀਕੇ ਦੇ ਨਾਲ ਤੋਤੇ ਨੂੰ ਫੜਦੇ ਹਨ। ਤੇ ਗੁਰੂ ਸਾਹਿਬ ਜੀ, ਭਗਤ ਕਬੀਰ ਸਾਹਿਬ ਜੀ ਕਹਿੰਦੇ ਮਨੁੱਖ ਦੀ ਵੀ ਇਹੀ ਹਾਲਤ ਹੈ, ਜਿਹੜਾ ਵਿਕਾਰਾਂ ਦੇ ਵਿੱਚ ਫਸ ਗਿਆ। ਕੀ ਬਚਨ ਕੀਤਾ ਭਗਤ ਕਬੀਰ ਸਾਹਿਬ ਜੀ ਨੇ? ਕਹਿਣ ਲੱਗੇ
ਹਾਥੀ ਦੀ ਹਾਲਤ ਵਾਂਗ ਹਾਥੀ ਜਿਵੇਂ ਵਸ ਵਿੱਚ ਹੋ ਗਿਆ, ਉਹ ਬਚਨ ਕੀਤਾ, ਕਹਿੰਦੇ ਕਾਲ ਬੂਤ ਕੀ ਹਸਤਨੀ ਮਨ ਬੋਰਾ ਰੇ, ਚਲਤ ਰਚਿਓ ਜਗਦੀਸ਼ ਕਾਮ ਸੁਆਏ ਗਜ ਬਸ ਪਰੇ, ਅੰਕਸ ਮਨ ਬੋਰਾ ਰੇ ਅੰਕਸ ਸਹਿਓ ਸੀਸ। ਵਿਖੇ ਬਾਚ, ਭਗਤ ਜੀ ਕਹਿੰਦੇ ਵਿਖਿਆਂ ਤੋਂ ਬਚ। ਇਸ ਸ਼ਲੋਕ ਵਿੱਚ ਵੀ ਇਹੀ ਬਚਨ ਕਰ ਰਹੇ ਨੇ। ਵਿਖੇ ਬਾਚ ਹਰ ਰਾਚ ਮਨ ਬੋਰਾ ਰੇ, ਵਿਖੇ ਬਾਚ ਹਰ ਰਾਚ ਸਮਝ ਮਨ ਬੋਰਾ ਰੇ। ਤੇ ਉਸ ਪ੍ਰਮਾਤਮਾ ਨੂੰ ਤੂੰ ਅਜੇ ਤੱਕ ਭਜਿਆ ਨਹੀਂ, ਗਹਿਓ ਨਾ ਰਾਮ ਜਹਾਜ। ਉਸ ਪਰਮੇਸ਼ਰ ਦੇ ਨਾਮ ਨੂੰ ਅਜੇ ਤੱਕ ਤੂੰ ਪਕੜਿਆ ਨਹੀਂ। ਤੇ ਅੱਗੇ ਕਹਿੰਦੇ ਮਰਕਟ ਮੁਸਟੀ ਅਨਾਜ ਕੀ ਮਨ ਬੋਰਾ ਰੇ, ਲੀਨੀ ਹਾਥ ਪਸਾਰ ਛੂਟਨ ਕੋ ਸਹਿਸਾ ਪਰਿਓ ਮਨ ਬੋਰਾ ਰੇ, ਨਾਚਿਓ ਘਰ ਘਰ ਬਾਰ। ਜੋ ਨਲਨੀ ਸੂਟਾ ਗਇਓ ਮਨ ਬੋਰਾ ਰੇ, ਮਾਇਆ ਇਉ ਵਿਵਹਾਰ ਜੈਸਾ ਰੰਗ ਕੁਸੰਭ ਕਾ। ਜਿਵੇਂ ਕੁਸੰਭ ਦੇ ਰੰਗ ਹੁੰਦਾ ਨਾ ਫੁੱਲ, ਉਹਦਾ ਰੰਗ ਦੇਖਣ ਨੂੰ ਤਾਂ ਬੜਾ ਸੋਹਣਾ ਹੁੰਦਾ ਹੈ, ਪਰ ਕਹਿੰਦੇ ਬਹੁਤਾ ਚਿਰ ਨਹੀਂ ਹੁੰਦਾ। ਸਤਿਗੁਰ ਜੀ ਬਚਨ ਕਰਦੇ, ਜੈਸਾ ਰੰਗ ਕੁਸੰਭ ਕਾ ਤੈਸਾ ਇਹੋ ਸੰਸਾਰ। ਜਿਵੇਂ ਕੁਸੰਭੇ ਦਾ ਰੰਗ ਹੁੰਦਾ ਹੈ, ਇਵੇਂ ਦਾ ਸੰਸਾਰ ਦੀ ਹੈ। ਜੈਸਾ ਰੰਗ ਕੁਸੰਭ ਕਾ ਤੈਸਾ ਇਹੋ ਸੰਸਾਰ, ਮੇਰੇ ਰਮਈਏ ਰੰਗ ਮਜੀਠ ਕਾ। ਰਮਈਏ ਭਾਵ ਰਾਮ ਦਾ ਜਿਹੜਾ ਰੰਗ ਹੈ ਮਜੀਠ ਹੈ, ਜਿਹੜਾ ਕਦੇ ਫਿੱਟਦਾ ਨਹੀਂ, ਜਿਹੜਾ ਕਦੇ ਨਾਸ ਨਹੀਂ ਹੁੰਦਾ। ਭਗਤ ਜੀ ਕਹਿੰਦੇ ਕਬੀਰ ਵਿਕਾਰ ਚਿਤਵਤੇ, ਝੂਠੇ ਕਰਤੇ ਆਸ। ਮਨੋਰਥ ਕੋਏ ਨਾ ਪੂਰਿਓ, ਚਾਲੇ ਉਠ ਨਿਰਾਸ। ਜਿਸ ਮਨੋਰਥ ਦੇ ਲਈ ਆਇਆ ਸੀ, ਜਿਸ ਕਾਰਜ ਦੇ ਲਈ ਆਇਆ ਸੀ, ਉਹ ਕਾਰਜ ਨਹੀਂ ਪੂਰਾ ਹੋਇਆ, ਨਿਰਾਸ਼ ਉੱਠ ਕੇ ਗਿਆ। ਜਦੋਂ ਵਿਸ਼ਿਆਂ ਦੇ ਵਿੱਚ ਲੱਗ ਗਿਆ, ਵਿਕਾਰਾਂ ਦੇ ਵਿੱਚ ਲੱਗ ਗਿਆ, ਵਿਖਿਆਂ ਦੇ ਵਿੱਚ ਲੱਗ ਕੇ, ਵਿਕਾਰਾਂ ਦੇ ਵਿੱਚ ਲੱਗ ਕੇ, ਜਿਹੜੇ ਮਨੋਰਥ ਲਈ ਆਇਆ ਸੀ, ਕਹਿੰਦੇ ਉਸ ਮਨੋਰਥ ਨੂੰ ਹੀ ਵਿਸਾਰ ਦਿੱਤਾ। ਅੱਗੇ ਭਗਤ ਜੀ ਕਹਿੰਦੇ ਕਬੀਰ ਹਰਿ ਕਾ ਸਿਮਰਨ ਜੋ ਕਰੇ, ਸੋ ਸੁਖੀਆ ਸੰਸਾਰ। ਭਗਤ ਜੀ ਕਹਿੰਦੇ ਜਿਹੜਾ ਹਰੀ ਦਾ ਸਿਮਰਨ ਕਰਦਾ ਹੈ, ਪਰਮੇਸ਼ਰ ਦੇ ਨਾਮ ਨੂੰ ਚੇਤੇ ਵਿੱਚ ਲਿਆਉਂਦਾ ਹੈ, ਜਿਹਦੀ ਯਾਦ ਤੋਂ ਮਾਲਕ ਵਿਸਰਦਾ ਨਹੀਂ, ਕਹਿੰਦੇ ਉਹ ਸੰਸਾਰ ਦੇ ਵਿੱਚ ਸੁਖੀ ਹੈ। ਇਤ ਉਤ ਕਤੈ ਨਾ ਡੋਲਈ, ਜਿਸ ਰਾਖੈ ਸਿਰਜਨਹਾਰ। ਕਹਿੰਦੇ ਫਿਰ ਉਹ ਡੋਲਦਾ ਨਹੀਂ। ਅਸੀਂ ਕਿਤੇ ਡੋਲ ਜਾਂਦੇ ਹਾਂ, ਸਾਨੂੰ ਕਦੇ ਕਾਮ ਦੇ ਵਿੱਚ, ਕਦੇ ਕ੍ਰੋਧ ਦੇ ਵਿੱਚ, ਲੋਭ ਦੇ ਵਿੱਚ, ਹੰਕਾਰ ਦੇ ਵਿੱਚ, ਤ੍ਰਿਸ਼ਨਾ ਦੀਆਂ ਅੱਗਾਂ ਦੇ ਵਿੱਚ ਡੋਲਦੇ ਹਾਂ। ਪਰ ਮਹਾਰਾਜ ਕਹਿੰਦੇ ਬਚਨ ਰੋਜ਼ ਪੜ੍ਹਦੇ ਹਾਂ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਅੰਦਰ ਵਸਾਇਆ ਨਾ, ਜਿਹੜੇ ਚੇਤੇ ਕਰਦੇ ਨੇ, ਨਾ ਉਹ ਮਰੈ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਉਹਨਾਂ ਨੂੰ ਕੋਈ ਨਹੀਂ ਠੱਗ ਸਕਦਾ ਜਿਹਦੇ ਮਨ ਵਿੱਚ ਪਰਮੇਸ਼ਰ ਦਾ ਨਾਮ ਹੈ। ਨਾ ਕ੍ਰੋਧ, ਨਾ ਲੋਭ, ਨਾ ਹੰਕਾਰ। ਕੋਈ ਵੀ ਵਸਤੂ ਸਤਿਗੁਰੂ ਜੀ ਕਹਿੰਦੇ ਉਸ ਨੂੰ ਠੱਗ ਨਹੀਂ ਸਕਦੀ।
ਤੇ ਭਗਤ ਜੀ ਕਹਿੰਦੇ ਹਰ ਕਾ ਸਿਮਰਨ ਜੋ ਕਰੇ ਸੋ ਸੁਖੀਆ ਸੰਸਾਰ। ਇਤ ਉਤ ਕਤੈ ਨਾ ਡੋਲਈ ਜਿਸ ਰਾਖੈ ਸਿਰਜਨਹਾਰ। ਜਿਹਨੂੰ ਮਾਲਕ ਰੱਖਦਾ ਉਹ ਕਦੇ ਡੋਲਦਾ ਨਹੀਂ। ਉਹ ਭਾਵੇਂ 5 ਸਾਲ ਦਾ ਭਗਤ ਧਰੂ ਸੀ, ਪਰ ਕੀ ਸੀ ਨਿਸ਼ਚਾ ਇੱਕ ਨਾਮ ਤੇ ਸੀ। ਕਹਿੰਦੇ ਕੋਈ ਵੀ ਸ਼ਕਤੀ ਕੋਈ ਵੀ ਤਾਕਤ ਡਲਾ ਨਹੀਂ ਸਕੀ। 5 ਬਰਖ ਕੋ ਧਰੂ ਅਨਾਥ ਤੂ ਨਾਰਿਕ ਬਾਰਿਕ। ਕਹਿੰਦੇ 5 ਸਾਲ ਦੀ ਉਮਰ ਸੀ, ਪਰ ਨਿਸ਼ਚਾ ਸੀ, ਨਿਸ਼ਚਾ ਅਟਲ ਸੀ। ਜਿਹਦਾ ਨਿਸ਼ਚਾ ਅਟਲ, ਜਿਹੜਾ ਪਰਮੇਸ਼ਰ ਦੀ ਬੰਦਗੀ ਕਰਦਾ, ਕਹਿੰਦੇ ਉਹਨੂੰ ਆਰੇ ਨਹੀਂ ਡਰਾ ਸਕਦੇ, ਉਹਨੂੰ ਤੱਤੀ ਤਵੀ ਨਹੀਂ ਡੁਲਾ ਸਕਦੀ, ਉਹਨੂੰ ਚਰਖੜੀਆਂ ਨਹੀਂ ਡਰਾ ਸਕਦੀਆਂ ਡੁਲਾ ਸਕਦੀਆਂ। ਉਹ ਚਰਖੜੀਆਂ ਤੇ ਚਾੜੇ ਵੀ ਅਡੋਲ ਨੇ, ਆਰਿਆਂ ਦੇ ਨਾਲ ਚੀਰੇ ਗਏ 2 ਸਰੀਰ ਵੀ ਅਡੋਲ ਨੇ। ਤੱਤੀ ਤਵੀ ਤੇ ਬੈਠਾ ਮੇਰਾ ਮਾਲਕ ਗੁਰੂ ਅਰਜਨ ਦੇਵ ਜੀ ਵੀ ਅਡੋਲ ਹੈ। ਕਿਉਂ? ਕਿਉਂਕਿ ਉਸ ਪਰਮੇਸ਼ਰ ਦੇ ਨਾਮ ਨੂੰ ਜਪਿਆ ਹੈ। ਉਹਨਾਂ ਨੂੰ ਆਰੇ ਨਹੀਂ ਡਲਾ ਸਕਦੇ, ਉਹਨਾਂ ਨੂੰ ਚਰਖੜੀਆਂ ਨਹੀਂ ਡਰਾ ਸਕਦੀਆਂ, ਜਿਨ੍ਹਾਂ ਤੇ ਹਿਰਦੇ ਦੇ ਵਿੱਚ ਪਰਮੇਸ਼ਰ ਵਸਿਆ ਹੋਇਆ ਹੈ, ਜਿਹੜੇ ਹਰ ਵਕਤ ਯਾਦ ਕਰਦੇ ਹਨ। ਹਰ ਕਾ ਸਿਮਰਨ ਜੋ ਕਰੇ ਸੋ ਸੁਖੀਆ ਸੰਸਾਰ। ਤੇ ਮਹਾਰਾਜ ਕਹਿੰਦੇ ਜਿਸ ਤੇ ਹਿਰਦੈ ਵਸਿਆ ਹਰ ਸੁਆਮੀ, ਤਿਸਨੋਂ ਕਿਉਂ ਉਦੇਸਾ ਕਿਸੈ ਗੱਲੇ ਦਾ ਲੋੜੀਐ। ਹਰ ਸੁਖ ਦਾਤਾ ਸਭਨਾ ਗੱਲਾਂ ਕਾ, ਤਿਸਨੋਂ ਧਿਆਇਂਦਿਆਂ ਕਿਵ ਨਿਮਖ ਘੜੀ ਮੋਹ ਮੋੜੀਐ। ਜਿਨ ਹਰ ਧਿਆਇਆ ਤਿਸਨੋਂ ਸਰਬ ਸੁਖ, ਹਰ ਸੰਤ ਜਨਾ ਕੀ ਸੰਗਤ ਜਾਏ ਬਹੀਐ ਮੋਹ ਜੋੜੀਐ। ਸਭ ਦੁੱਖ ਭੁਖ ਰੋਗ ਗਏ ਹਰ ਸੇਵਕ ਕੇ, ਸਭ ਜਨ ਕੇ ਬੰਧਨ ਤੋੜੀਐ। ਹਰ ਕਿਰਪਾ ਤੇ ਹੋਆ ਹਰ ਭਗਤ, ਹਰ ਭਗਤ ਜਨਾ ਕੈ। ਹਰੀ ਦੀ ਕਿਰਪਾ ਦੇ ਨਾਲ ਭਗਤ ਹੋਇਆ, ਜਿਨ੍ਹਾਂ ਨੇ ਜਪਿਆ, ਜਿਨ੍ਹਾਂ ਨੇ ਅਰਾਧਿਆ। ਤੇ ਮਾਲਕ ਜੀ ਕਹਿੰਦੇ ਸੰਤ ਹੀ ਉਹ ਹੈ ਜਿਹੜਾ ਸਾਸ ਗਿਰਾਸ ਪਰਮੇਸ਼ਰ ਦੇ ਨਾਮ ਨੂੰ ਧਿਆਉਂਦਾ ਹੈ। ਜੋ ਸਾਸ ਗਿਰਾਸ ਨਾ ਜਿਨ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਤੇ ਮਹਾਰਾਜ ਜੀ ਕਹਿੰਦੇ ਜਿਹੜੇ ਚਿਤਵਦੇ ਨੇ, ਯਾਦ ਕਰਦੇ ਨੇ, ਉਹਨਾਂ ਨੂੰ ਕੋਈ ਵੀ ਸ਼ਕਤੀ ਕੋਈ ਵੀ ਤਾਕਤ ਡਲਾ ਨਹੀਂ ਸਕਦੀ। ਉਹ ਭਾਵੇਂ 5 ਸਾਲ ਦਾ ਬਾਰਕ ਧਰੂ ਹੈ, ਕੋਈ ਨਹੀਂ ਡਰਾ ਸਕਿਆ, ਕਿਉਂਕਿ ਨਿਸ਼ਚਾ ਪਰਮੇਸ਼ਰ ਦੇ ਨਾਮ ਤੇ ਹੈ, ਨਿਸ਼ਚਾ ਉਸ ਮਾਲਕ ਤੇ ਹੈ। ਕਬੀਰ ਹਰ ਕਾ ਸਿਮਰਨ ਜੋ ਕਰੇ, ਹਰ ਕਾ ਸਿਮਰਨ ਜੋ ਕਰੈ ਸੋ ਸੁਖੀ। ਜੀਵਨ ਇਸ ਤਰ੍ਹਾਂ ਵਿਅਰਥ ਚਲਿਆ ਗਿਆ। ਤੇ ਸਾਹਿਬ ਜੀ ਕਹਿੰਦੇ ਜਿਹੜੇ ਹਰੀ ਦੇ ਸਿਮਰਨ ਤੋਂ ਬਿਨਾਂ ਹੀ ਚਲੇ ਗਏ, ਉਹਨਾਂ ਦਾ ਕੀ ਹਾਲ ਹੈ।
ਮਹਾਰਾਜ ਕਹਿੰਦੇ ਕਣ ਬਿਨਾ ਜੈਸੇ ਥੋਥਰ ਤੁਖਾ, ਨਾਮ ਬਿਹੂਨ ਸੋਨੇ ਸੇ ਮੁਖਾ। ਫਰੀਦਾ ਤਿਨਾ ਮੁਖ ਡਰਾਵਣੇ, ਜਿਨਾ ਵਿਸਾਰਿਓ ਨ ਨਾਓ। ਐਥੈ ਦੁੱਖ ਘਨੇਰਿਆਂ, ਅੱਗੇ ਠੌਰ ਨਾ ਠਾਓ। ਨਾ ਇੱਥੇ ਸੁੱਖ ਨਾ ਅੱਗੇ ਸੁੱਖ, ਨਾ ਇੱਥੇ ਥਾਂ ਨਾ ਉੱਥੇ। ਕਹਾਣੀ ਨੂੰ ਪੀੜ ਦੇ ਭਾਵ ਦੁੱਖਾਂ ਦੇ ਵਿੱਚ ਅਟਕਦੇ ਹੋਏ ਐਸੇ ਕੰਮਾਂ ਦੇ ਵਿੱਚ ਪਏ ਸੀ ਮਾਲਕਾ, ਜਿਹੜੇ ਕੰਮਾਂ ਦੇ ਵਿੱਚ ਛੁੱਟਣਾ ਮੁਸ਼ਕਲ ਸੀ, ਜਿਹੜੇ ਕਾਰਜਾਂ ਦੇ ਵਿੱਚ ਛੁਟਕਣਾ ਮੁਸ਼ਕਲ ਸੀ, ਉਸ ਕਾਰਜਾਂ ਦੇ ਵਿੱਚ ਪਏ ਹੋਏ ਸੀ। ਪਰ ਕਿਹੜੇ ਕਾਰਜਾਂ ਤੋਂ ਜਦੋਂ ਸਤਿਗੁਰੂ ਮਿਲਿਆ, ਕਹਿੰਦੇ ਸਤਿਗੁਰ ਮਿਲਣ ਦੇ ਨਾਲ ਭੱਟ ਸਾਹਿਬਾਨ ਬਚਨ ਕਰਦੇ ਨੇ। ਕੀ ਬਚਨ? ਬੜੇ ਸੰਤਾਂ ਸਾਧੂਆਂ ਸੰਨਿਆਸੀਆਂ ਦੇ ਡੇਰੇ ਤੇ ਗਏ, 1 ਸਾਲ ਵੀ ਰਹੇ, ਪਰ ਕਹਿੰਦੇ ਬਾਹਰੋਂ ਭੇਖ ਸੀ, ਪਰ ਅੰਦਰੋਂ ਕੋਈ ਨਿਸ਼ਚਾ ਨਹੀਂ ਸੀ, ਅੰਦਰ ਕੋਈ ਵੀ ਮਨੋਰਥ ਨਹੀਂ ਸੀ। ਉਹਨਾਂ ਦੇ ਬਾਹਰਲਾ ਭੇਖ ਸੀ। ਤੇ ਜਦੋਂ ਭਗਤ ਸਾਹਿਬਾਨ ਕਹਿੰਦੇ ਰਹਿਓ ਸੰਤ ਹੋ ਟੋਲ, ਸਾਧ ਬਹੁ ਤੇਰੇ ਡਿਠੇ, ਸੰਨਿਆਸੀ ਤਪੱਸੀ ਮੁਖੋਂ ਏ ਪੰਡਤ ਮਿੱਠੇ, ਬਰਸ ਏਕ ਹੋ ਫਿਰਿਓ, ਕਿਨੈ ਨਹਿ ਪਰਚੋ ਲਾਇਓ, ਕਹਿਤਿਓ ਕਹਿਤੀ ਸੁਣੀ, ਰਹਿਤ ਕੋ ਖੁਸ਼ੀ ਨਾ ਆਇਓ, ਹਰ ਨਾਮ ਛੋੜ ਦੂਜੈ ਲੱਗੇ, ਤਿਨ ਕੇ ਗੁਣ ਹੋ ਕਿਆ ਕਹੋ, ਗੁਰ ਦਈਏ ਮਿਲਾਇਓ ਭਿਖਿਆ, ਜਿਵ ਤੂੰ ਰੱਖੈ ਤਿਵ ਰਹੋ। ਪਰ ਸੱਚੇ ਸਤਿਗੁਰ ਨੇ ਆਪਣੇ ਨਾਲ ਮਿਲਾ ਲਿਆ। ਕੀ ਅਰਦਾਸ ਕੀਤੀ? ਹੇ ਮਾਲਕਾ, ਜਿਵੇਂ ਤੂੰ ਰੱਖੇਗਾ ਉਸੇ ਤਰ੍ਹਾਂ ਰਵਾਂਗੇ, ਜਿਸ ਤਰ੍ਹਾਂ ਤੇਰੇ ਦਰ ਤੇ ਤੂੰ ਰੱਖਣਾ ਹੈ। ਤੇ ਸਾਹਿਬ ਜੀ ਕਹਿੰਦੇ ਬਾਰ ਪਰਾਇਆ ਬੈਸਣਾ, ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖ ਸੀ ਤਾਂ ਜਿਉ ਸਰੀਰੋਂ ਲੈ। ਜੇ ਪਰਾਏ ਬੂਹੇ ਅੱਗੇ ਰੱਖਣਾ ਹੈ ਤਾਂ ਇਸ ਤਰ੍ਹਾਂ ਹੀ ਰੱਖਣਾ, ਤੇ ਇਸ ਸਰੀਰ ਦੇ ਵਿੱਚੋਂ ਜਿੰਦ ਨੂੰ ਕੱਢ ਲਾ। ਜੇ ਪਰਾਏ ਦਰ ਅੱਗੇ ਰੱਖਣਾ ਹੈ। ਸਤਿਗੁਰ ਜੀ ਭੱਟ ਸਾਹਿਬਾਨ ਬਚਨ ਕਰਦੇ ਨੇ ਵੀ ਸਾਡੀ ਹਾਲਤ ਕੀ ਸੀ, ਪਰ ਉਹ ਗੁਣਾਂ ਦੇ ਭਰੇ ਸਨ, ਫਿਰ ਵੀ ਨਿਮਰਤਾ ਸੀ। ਜਦੋਂ ਗੁਰੂ ਦੀ ਸੰਗਤ ਵਿੱਚ ਆਏ, ਕਹਿੰਦੇ ਗੁਰੂ ਨੇ ਕੀ ਕੀਤਾ? ਲੋਹੇ ਤੋਂ ਲਾਲ ਬਣਾ ਦਿੱਤਾ। ਲੋਹੇ, ਆਮ ਲੋਹੇ ਤੋਂ ਲਾਲ ਬਣਾ ਦਿੱਤਾ, ਸਧਾਰਨ ਲੱਕੜ ਤੋਂ ਚੰਦਨ ਦੀ ਲੱਕੜ ਵਾਂਗ ਬਣਾ ਦਿੱਤਾ। ਕਹਿੰਦੇ ਜਦੋਂ ਸਤਿਗੁਰ ਮਿਲਿਆ, ਸਤਿਗੁਰ ਦੀ ਸ਼ਰਨ ਦੇ ਵਿੱਚ ਆਏ, ਤੇ ਸਾਡੀ ਇਹ ਹਾਲਤ ਸੀ। ਉਸ ਸਤਿਗੁਰ ਨੇ ਲੋਹੇ ਤੋਂ ਲਾਲ ਬਣਾ ਦਿੱਤਾ। ਉਸ ਸਤਿਗੁਰ ਨੇ ਸਾਡਾ ਜੀਵਨ ਹੀ ਬਦਲ ਦਿੱਤਾ ਜਦੋਂ ਸਤਿਗੁਰ ਦੀ ਸ਼ਰਨ ਦੇ ਵਿੱਚ ਆਏ। ਮਹਾਰਾਜ ਕੀ ਕਹਿੰਦੇ ਨੇ ਭੱਟ ਸਾਹਿਬਾਨ? ਕੱਚੋ ਕੰਚਨ ਭਇਓ, ਸ਼ਬਦ ਗੁਰ ਸ਼ਰਵਣੈ ਸੁਣਿਓ। ਜਦੋਂ ਗੁਰੂ ਦਾ ਸ਼ਬਦ ਸੁਣਿਆ ਨਾ, ਕੱਚ ਤੋਂ ਕੰਚਨ ਬਣਾ ਦਿੱਤਾ, ਸੋਨਾ ਬਣਾ ਦਿੱਤਾ, ਜੀਵਨ ਹੀ ਬਦਲ ਦਿੱਤਾ ਜਦੋਂ ਗੁਰੂ ਦੇ ਸ਼ਬਦ ਨੂੰ ਵਸਾਇਆ।
कच्चो कंचन भयो शब्द गुर श्रवणै सुनियो। बिखतै अमृत होयो नाम सतगुर मुख भणियो। लोहो होयो लाल नदर सतगुर जद तारै। पाहन मानक करे ज्ञान गुण कहे विचारे। काठो श्री खंड, काठो तो भाव है सधारण ਲੱਕੜ। ਸਧਾਰਨ ਲੱਕੜ ਤੋਂ ਜਦੋਂ ਸਤਿਗੁਰੂ ਮਿਲਿਆ, ਸ਼੍ਰੀ ਖੰਡ ਕਹੀਏ ਚੰਦਨ ਦੀ ਲੱਕੜ। ਚੰਦਨ ਦੀ ਲੱਕੜ ਕਹਿੰਦੇ ਜੇ ਚੰਦਨ ਦੇ ਕੋਲ ਆ ਜੇ ਨਾ, ਜੇ ਬਨਸਪਤੀ ਵੀ ਹੈ, ਪਲਾਸ ਦਾ ਬੂਟਾ ਹੈ, ਉਹ ਵੀ ਚੰਦਨ ਦੀ ਖੁਸ਼ਬੂ ਦੇ ਨੇੜੇ ਆ ਜਾਂਦਾ, ਉਹਦੇ ਵਿੱਚੋਂ ਵੀ ਖੁਸ਼ਬੂ ਆਉਣ ਲੱਗ ਜਾਂਦੀ ਹੈ। ਤੇ ਮਹਾਰਾਜ ਕਹਿੰਦੇ ਕਾਠੋ ਸ਼੍ਰੀ ਖੰਡ ਸਤਿਗੁਰ ਕੀਓ, ਦੁੱਖ ਦਰਿਦਰ ਤਿਨਕੇ ਗਏ। ਤੇ ਕੀ ਹੋਇਆ ਜਦੋਂ ਸਤਿਗੁਰ ਮਿਲਿਆ? ਸਤਿਗੁਰ ਦੇ ਚਰਨ ਪਰਸੇ। ਸਤਿਗੁਰ ਚਰਨ ਜਿਨ ਪਰਸਿਓ, ਸੇ ਪਸ ਪ੍ਰੇਤ ਸੁਰ ਨਰ ਭਏ। ਪਸ਼ੂਆਂ ਵਰਗੀ ਸਾਡੀ ਬਿਰਤੀ ਸੀ, ਪ੍ਰੇਤਾਂ ਵਾਂਗ ਸਾਡਾ ਜੀਵਨ ਸੀ। ਪਰ ਜਦੋਂ ਗੁਰੂ ਮਿਲਿਆ, ਗੁਰੂ ਦੇ ਚਰਨ ਪਰਸੇ, ਕਹਿੰਦੇ ਦੇਵਤਿਆਂ ਵਰਗੀ ਬਿਰਤੀ ਬਣਾ ਦਿੱਤੀ, ਦੇਵਤਿਆਂ ਵਾਂਗ ਕਰ ਦਿੱਤਾ। ਜਦੋਂ ਗੁਰੂ ਦੀ ਸ਼ਰਨ ਵਿੱਚ ਆਏ, ਬਚਨ ਪੜ੍ਹਦਿਆਂ ਸਤਿਗੁਰਾਂ ਦਾ ਆਸਾ ਕੀ ਵਾਰ ਦੇ ਵਿੱਚ ਕੀ ਸਾਹਿਬ ਜੀ ਕਹਿੰਦੇ, ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ। ਬਲਿਹਾਰ ਜਾਈਏ ਉਸ ਸਤਿਗੁਰ ਤੋਂ ਜਿਨੇ ਮਾਨਸਾਂ ਤੋਂ ਦੇਵਤਿਆਂ ਬਣਾ ਦਿੱਤਾ, ਦੇਵਤਿਆਂ ਵਰਗੀ ਬਿਰਤੀ ਕਰ ਦਿੱਤੀ। ਚੱਕ ਕੇ ਅਸਮਾਨ ਤੇ ਪਹੁੰਚਾ ਦਿੱਤਾ। ਭਾਵ ਸ਼ੁੱਧ ਜੀਵਨ ਜਿਨ੍ਹਾਂ ਨੂੰ ਸਤਿਗੁਰ ਮਿਲ ਪਿਆ ਹੈ। ਤੇ ਬਾਬਾ ਬੰਦਾ ਸਿੰਘ ਬਹਾਦਰ, ਮਾਧੋ ਦਾਸ ਬੈਰਾਗੀ ਤੋਂ ਬੰਦਾ ਸਿੰਘ ਬਹਾਦਰ ਬਣਾਇਆ। ਜੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨਾ ਮਿਲਦੇ, ਕਹਿੰਦੇ ਜੀਵਨ ਵਿੱਚ ਤਬਦੀਲੀ ਆਉਣੀ ਨਹੀਂ ਸੀ। ਬਚਨ ਪੜ੍ਹਦਿਆਂ ਵਿੱਚੋਂ ਮਾਰ ਕੱਢੀਆਂ ਬੁਰਾਈਆਂ। ਹੱਥ ਜਦੋਂ ਕਲਗੀਆਂ ਵਾਲੇ ਨੇ ਰੱਖਿਆ, ਕਹਿੰਦੇ ਜਿੰਨੀਆਂ ਬੁਰਾਈਆਂ ਸੀ, ਜਿਹੜਾ ਰਿਧੀਆਂ ਸਿੱਧੀਆਂ ਦੇ ਵਿੱਚ ਫਸਿਆ ਸੀ, ਸਭ ਪਾਸੇ ਕਰ ਦਿੱਤੀ। ਇੱਕ ਰੱਬ ਦੇ, ਇੱਕ ਅਕਾਲ ਪੁਰਖ ਦੇ ਨਾਲ ਜੋੜਿਆ। ਤੇ ਭਗਤ ਕਬੀਰ ਸਾਹਿਬ ਜੀ ਇਸ ਸ਼ਲੋਕ ਦੇ ਵਿੱਚ ਕਹਿੰਦੇ, ਕਬੀਰ ਕਹਾਣੀ ਪੀੜਤੇ ਸਤਿਗੁਰ ਲਿਏ ਛਿੜਾਏ। ਇਸ ਤਰ੍ਹਾਂ ਕਹਾਣੀ ਪੀੜਦੇ ਸੀ, ਭਾਵ ਮਾੜੇ ਕਰਮਾਂ ਦੇ ਵਿੱਚ ਲੱਗੇ ਸੀ। ਸਾਡਾ ਕੋਈ ਜੀਵਨ ਹੀ ਨਹੀਂ ਸੀ। ਮਾੜਾ ਖਾਣਾ, ਮਾੜਾ ਹੀ ਸੁਣਨਾ, ਮਾੜਾ ਤੱਕਣਾ ਤੇ ਮਾੜਿਆਂ ਦੇ ਵਿੱਚ ਬੈਠਣਾ, ਐਸਾ ਜੀਵਨ ਸੀ। ਸਭ ਕੁਝ ਮਾੜਾ ਸੀ। ਪਰ ਜਦੋਂ ਗੁਰੂ ਮਿਲਿਆ ਤੇ ਗੁਰੂ ਦੀ ਸੰਗਤ ਮਿਲੀ, ਕਬੀਰ ਕਹਾਣੀ ਪੀੜਤੇ ਸਤਿਗੁਰ ਲਿਏ ਛੜਾਏ। ਪਰਾ ਪੂਰਬਲੀ ਭਾਵਨੀ ਪ੍ਰਗਟ ਹੋਈ ਆਏ। ਕੋਈ ਪੂਰਬਲਾ ਕਰਮ, ਪੂਰਬਲੀ ਭਾਵਨੀ
ਚੰਗਾ ਕਰਮ ਸਾਹਮਣੇ ਆ ਗਿਆ, ਜਿਹੜਾ ਸਤਿਗੁਰ ਮਿਲ ਪਿਆ। ਜਿਹਨੂੰ ਸਤਿਗੁਰ ਮਿਲਿਆ, ਜਿਹਨੂੰ ਸਤਿਗੁਰ ਦੀ ਪ੍ਰਾਪਤੀ ਹੋਈ, ਤੇ ਮੈਂ ਕਹਿਣਾ, ਜੇ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਇਹ ਗੁਰਬਾਣੀ ਦਾ ਖਜ਼ਾਨਾ ਨਾ ਦਿੰਦੇ, ਜੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਡੇ ਗੁਰੂ ਨਾ ਹੁੰਦੇ, ਤਾਂ ਸਾਡੀ ਬੜੀ ਬੁਰੀ ਹਾਲਤ ਹੋਣੀ ਸੀ, ਬੜਾ ਮਾੜਾ ਹਾਲ ਹੋਣਾ ਸੀ। ਜੇ ਗੁਰੂ ਦੀ ਬਾਣੀ ਨਹੀਂ ਮਿਲਣੀ ਸੀ। ਸਤਿਗੁਰੂ ਜੀ ਕਹਿੰਦੇ, ਜੇ ਗੁਰੂ ਪੂਰੇ ਗੁਰੂ ਨੇ ਕਿਰਪਾ ਕਰਕੇ ਆਪ ਬਖਸ਼ਿਸ਼ ਕਰਕੇ ਆਪਣੇ ਨਾਲ ਮਿਲਾ ਲੇ। ਕਬੀਰ ਕਹਾਣੀ ਪੀੜ ਤੇ ਸਤਿਗੁਰ ਲੀਏ ਛਡਾਏ, ਪਰਾ ਪੂਰਬਲੀ ਭਾਵਨੀ ਪ੍ਰਗਟ ਹੋਈ ਆਏ। ਪੂਰਬਲੀ ਭਾਵਨੀ, ਪੂਰਬਲੇ ਕਰਮ ਜਿਹੜੇ ਸੀ ਉਹ ਸਾਹਮਣੇ ਆਏ। ਜਿਹੜਾ ਪੂਰਬਲਾ ਕੋਈ ਉੱਤਮ ਕਰਮ ਕੀਤਾ ਸੀ ਉਹ ਸਾਹਮਣੇ ਆਇਆ ਹੈ, ਜਿਹਦੇ ਕਰਕੇ ਸਤਿਗੁਰ ਨੇ ਆਪਣੇ ਨਾਲ ਮਿਲਾਇਆ ਹੈ। ਆਓ ਗੁਰੂ ਸਾਹਿਬ ਜੀ ਕਿਰਪਾ ਕਰਨ, ਇਹਨਾਂ ਪਾਵਨ ਸ਼ਲੋਕਾਂ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਸਮਝਾਉਣਾ ਕਰਦੇ ਨੇ। ਭਗਤ ਕਬੀਰ ਸਾਹਿਬ ਜੀ ਪਹਿਲਾ ਵੀ ਜਿਹੜੇ ਵਿਕਾਰਾਂ ਦੇ ਵਿੱਚ ਲੱਗ ਗਏ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਆਪਣਾ ਇਸੇ ਤਰ੍ਹਾਂ ਵਿਕਾਰਾਂ ਵਿੱਚ ਹੀ ਗਵਾ ਦਿੱਤਾ। ਕਹਿੰਦੇ ਝੂਠੇ ਵਿੱਚ, ਆਸਾਂ ਦੇ ਵਿੱਚ ਜਿਹੜੇ ਫਸ ਗਏ, ਜਿਹੜੇ ਮਨੋਰਥ ਲਈ ਆਏ ਸੀ, ਜਿਸ ਕਾਰਜ ਦੇ ਲਈ ਆਏ ਸੀ, ਉਸ ਕਾਰਜ ਤੋਂ ਬਿਨਾਂ ਹੀ ਚਲੇ ਗਏ, ਨਿਰਾਸ਼ ਹੋ ਕੇ ਗਏ ਹਨ। ਹੁਣ ਜੇ ਕੋਈ ਇਸ ਦੇਸ਼ ਵਿੱਚ ਮੁਨਾਫਾ ਖੱਟਣ ਆਵੇ, ਭਾਵ ਕਹੀਏ ਆਪਾਂ ਇਸ ਦੇਸ਼ ਵਿੱਚ, ਨਗਰ ਵਿੱਚ ਆਏ ਹਾਂ, ਵਪਾਰ ਕਰਨ ਜਾਣਾ ਹੈ, ਤੇ ਕੰਮ ਕੋਈ ਹੋਰ ਲੱਗ ਜਾਈਏ, ਕਾਰਜ ਕੋਈ ਹੋਰ ਲੱਗ ਜਾਈਏ, ਵਿਹਲੇ ਰਹਿਣ ਲੱਗ ਜਾਈਏ, ਐਛਾਂ ਲੁੱਟਣ ਲੱਗ ਜਾਈਏ, ਜਿਹੜਾ ਕੰਮ ਕਰਨ ਆਏ ਸੀ ਉਹ ਕੀਤਾ ਹੀ ਨਹੀਂ, ਤੇ ਜਦੋਂ ਆਪਣੇ ਦੇਸ਼ ਵਿੱਚ ਪਰਤਣਾ ਹੈ, ਸਾਡੀ ਹਾਲਤ ਹੈ ਜਿਹੜੀ ਬੜੀ ਦੁਖਦਾਇਕ ਹੋਣੀ ਹੈ, ਬੜਾ ਔਖਾ ਹੋਣਾ ਹੈ। ਇਸ ਤਰ੍ਹਾਂ ਸਤਿਗੁਰੂ ਜੀ, ਭਗਤ ਜੀ ਕਹਿੰਦੇ, ਜਿਹੜੇ ਮਨੋਰਥ ਦੇ ਲਈ ਤੂੰ ਇੱਥੇ ਆਇਆ ਹੈ, ਉਹ ਮਨੋਰਥ ਨੂੰ ਤੂੰ ਅਜੇ ਸਮਝਿਆ ਹੀ ਨਹੀਂ, ਕਰਨਾ ਤਾਂ ਕੀ ਹੈ। ਅਜੇ ਤੈਨੂੰ ਪਤਾ ਹੀ ਨਹੀਂ ਵੀ ਕਿਹੜੇ ਮਨੋਰਥ ਦੇ ਲਈ ਤੂੰ ਆਇਆ ਹੈ। ਜਿਸ ਕੰਮ ਦੇ ਲਈ ਆਇਆ, ਉਸ ਕੰਮ ਦੇ ਲਈ ਤੈਨੂੰ ਪਤਾ ਹੀ ਨਹੀਂ, ਤੇ ਅਖੀਰ ਦੁਖਦਾਇਕ ਹੋਏਗਾ। ਅਗਲੇ ਸ਼ਲੋਕ ਦੇ ਵਿੱਚ ਭਗਤ ਜੀ ਕਹਿੰਦੇ, ਜਿਹੜਾ ਹਰੀ ਦਾ ਸਿਮਰਨ ਕਰਦਾ ਹੈ, ਵਾਹਿਗੁਰੂ ਦਾ ਸਿਮਰਨ ਕਰਦਾ ਹੈ, ਭਾਵੇਂ ਕਹਿਣਗੇ ਵੀ ਅਸੀਂ ਸੁਖੀ ਹਾਂ, ਪਰ ਸੁਖੀ ਅਸਲ ਦੇ ਵਿੱਚ ਉਹ ਹੈ ਜਿਹੜਾ ਸਿਮਰਨ ਨੂੰ ਕਰਦਾ ਹੈ। ਨਹੀਂ ਤਾਂ ਭਗਤ ਜੀ ਕਹਿੰਦੇ, ਘਰ ਘਰ ਦੇ ਵਿੱਚ ਦੁੱਖਾਂ ਦੀ ਅੱਗ ਲੱਗੀ ਹੈ। ਕਬੀਰ, ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਵਾਇਆ ਜਗ, ਉੱਚੇ ਚੜ੍ਹ ਕਰ ਦੇਖਿਆ ਤਾਂ ਘਰ ਘਰ ਇਹ ਅੱਗ। ਜੇ ਹਰੀ ਦਾ ਸਿਮਰਨੀ, ਤਾਂ ਦੁੱਖਾਂ ਦੀ ਅੱਗ ਤਾਂ ਘਰ ਘਰ ਦੇ ਵਿੱਚ ਲੱਗੀ ਹੈ। ਤੇ ਭਗਤ ਜੀ ਕਹਿੰਦੇ ਅਖੀਰ ਦੇ ਵਿੱਚ, ਇਸ ਪਾਵਨ ਸ਼ਲੋਕ ਦੇ ਵਿੱਚ, ਜਿਨ੍ਹਾਂ ਨੂੰ ਪੂਰਾ ਸਤਿਗੁਰੂ ਮਿਲ ਪਿਆ, ਜਿਨ੍ਹਾਂ ਦਾ ਪੂਰਾ ਭਾਗ ਜਾਗ ਪਿਆ ਪੂਰਬਲਾ, ਸਤਿਗੁਰ ਮਿਲਣ ਦੇ ਨਾਲ ਜਿਹੜਾ ਉਹਨਾਂ ਦਾ ਮਨੋਰਥ ਸੀ ਉਹ ਪੂਰਾ ਹੋਇਆ। ਭਾਵ ਕਹਾਣੀ ਪੀੜ ਦੇ ਦੁੱਖਾਂ ਦੇ ਵਿੱਚ ਵਿਚਰਦੇ ਹੋਏ ਸਤਿਗੁਰ ਨੇ ਉਸ ਦੁੱਖਾਂ ਤੋਂ ਬਚਾਇਆ ਹੈ। ਆਓ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਡੇ ਤੇ ਵੀ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਗੁਰਸਿੱਖੀ, ਚੜ੍ਹਦੀ ਕਲਾ, ਨਾਮਦਾਨ, ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰਨ। ਗੁਰ ਸ਼ਬਦ ਵਿਚਾਰ ਕਰਦਿਆਂ ਇੱਕ ਨਹੀਂ ਬੇਅੰਤ ਭੁੱਲਾਂ ਚੁੱਕਾਂ ਹੋ ਗਈਆਂ। ਸਤਿਗੁਰੂ ਜੀ ਬਖਸ਼ਣਹਾਰ ਨੇ,
ਆਪ ਸਮੂਹ ਸੰਗਤ ਬਖਸ਼ਣ ਦੇ ਯੋਗ ਹੋ, ਬਖਸ਼ ਦੇਣਾ। ਆਓ ਸਾਰੇ ਕਿਰਪਾ ਕਰੋ, ਗੁਰੂ ਮੰਤਰ ਵਿੱਚ ਜੁੜਨਾ ਕਰੀਏ, ਉਸ ਤੋਂ ਬਾਅਦ ਆਨੰਦ ਸਾਹਿਬ ਵਿੱਚ ਜੁੜਾਂਗੇ। ਸਾਰੇ ਕਿਰਪਾ ਕਰੋ। ਵਾਹਿਗੁਰੂ 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 ਵਾਹਿਗੁਰੂ। 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 ਵਾਹਿਗੁਰੂ ਵਾਹਿਗੁਰੂ। ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬੁਲਾਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ